ਕੰਟੀਨਿਊ ਕਰਦੇ ਹਾਂ ਜੀ। ਰਾਜਿੰਦਰ ਪਹਿਲੇ ਤੋਂ ਬਾਅਦ ਕੁਲੋਤੁੰਗਾ I ਅਤੇ ਕੁਲੋਤੁੰਗਾ III ਵਰਗੇ ਸ਼ਾਸਕਾਂ ਦੁਆਰਾ ਚੋਲ ਸ਼ਕਤੀ ਦੀ ਮਹਾਨਤਾ ਨੂੰ ਸੁਰੱਖਿਅਤ ਰੱਖਿਆ ਗਿਆ ਸੀ। ਰਾਜਿੰਦਰ ਤੋਂ ਬਾਅਦ ਵੀ ਸ਼ਕਤੀਸ਼ਾਲੀ ਰਾਜੇ ਹੋਏ ਆ, ਪਰ ਹੌਲੀ ਹੌਲੀ ਫਿਰ ਕੀ ਹੈ, ਇਹਨਾਂ ਦਾ ਡਾਊਨਫਾਲ ਹੋ ਗਿਆ। ਪਾਂਡਿਆ ਰਾਜਿਆਂ ਨੇ ਤੇ ਹੋਰਾਂ ਨੇ ਵੀ ਆਪਣੇ ਆਪਣੇ ਸੱਤਾ ਨੂੰ ਅਸਰਟ ਕੀਤਾ। ਕੁਲੋਤੁੰਗਾ I ਨੇ 72 ਵਪਾਰੀਆਂ ਦਾ ਇੱਕ ਵੱਡਾ ਦੂਤਾਵਾਸ ਚੀਨ ਭੇਜਿਆ ਸੀ ਅਤੇ ਸ਼੍ਰੀ ਵਿਜੇ ਦੇ ਨਾਲ ਉਸਦੇ ਵੀ ਸੰਬੰਧ ਬਹੁਤ ਸੁਹਿਰਦ ਭਰਪੂਰ ਸੀ। ਠੀਕ ਹੈ ਜੀ, ਮਤਲਬ ਕਿ ਇੰਟਰਨੈਸ਼ਨਲ ਰਿਲੇਸ਼ਨ ਵੀ ਵਧੀਆ ਸੀ ਇਹਨਾਂ ਦੇ। ਕੁਲੋਤੁੰਗਾ III ਦੇ ਅਧੀਨ ਕੇਂਦਰੀ ਅਥਾਰਟੀ ਕਮਜ਼ੋਰ ਹੋ ਗਈ। ਕਾਦਾਵਰਿਆ ਵਰਗੀਆਂ ਜਾਗੀਰਦਾਰਾਂ ਦੇ ਉਭਾਰ ਅਤੇ ਪੰਡਿਆ ਸ਼ਕਤੀ ਦੇ ਉਭਾਰ ਨੇ ਚੌਲ ਸਰਬੁੱਤਤਾ ਨੂੰ ਚੁਣੌਤੀ ਦਿੱਤੀ। ਹੁਣ ਕੀ ਆ, ਪਾਂਡਿਆ ਸਟਰੋਂਗ ਹੋ ਗਏ। ਪਾਂਡਿਆ ਸਟਰੋਂਗ ਹੋ ਗਏ ਤਾਂ ਲੋਕਲ ਜਿਹੜੇ ਜ਼ਮੀਂਦਾਰ ਸੀ ਕੁਛ ਉਹ ਵੀ ਕੀ ਆ, ਚੈਲੰਜ ਕਰਨ ਲੱਗ ਗਏ ਸੈਂਟਰਲ ਅਥਾਰਟੀ ਨੂੰ। ਫਿਰ ਕੀ ਹੋਇਆ ਅਤੇ ਚੌਲ ਸਾਮਰਾਜ ਦੇ ਅੰਤਮ ਪਤਨ ਵਿੱਚ ਯੋਗਦਾਨ ਪਾਇਆ। ਇਹ ਮੇਨ ਕਾਰਨਾਂ ਕਰਕੇ ਚੌਲ ਸਾਮਰਾਜ ਕੀ ਆ, ਡਾਊਨਫਾਲ ਵੱਲ ਚਲਾ ਗਿਆ। ਰਾਜੇਂਦਰ ਤੀਜਾ ਆਖਰੀ ਚੋਲ ਰਾਜਾ ਸੀ ਜਿਸ ਨੂੰ ਜਾਟ ਬਰਮਨ ਸੁੰਦਰ ਪਾਂਡਿਆ II ਨੇ ਹਰਾਇਆ ਸੀ। ਪਾਂਡਿਆ ਕਿੰਗ ਜਾਟ ਬਰਮਨ ਨੇ ਆਖਰੀ ਚੋਲ ਰਾਜਾ ਰਾਜੇਂਦਰ III ਨੂੰ ਹਰਾ ਦਿੱਤਾ। ਠੀਕ ਹੈ ਜੀ, ਕਹਿਣ ਦਾ ਮਤਲਬ ਕਿ ਰਾਜੇਂਦਰ ਤੋਂ ਬਾਅਦ ਕੁਝ ਸ਼ਕਤੀਸ਼ਾਲੀ ਰਾਜੇ ਹੋਏ ਚੋਲ ਵੰਸ਼ ਦੇ, ਪਰ ਬਾਅਦ ਵਿੱਚ ਕੀ ਆ, ਪਾਂਡਿਆ ਰਾਜੇ ਇਹਨਾਂ ਤੇ ਹਾਵੀ ਹੋ ਗਏ। ਠੀਕ, ਚੋਲ ਦੇਸ਼ ਪਾਂਡਿਆ ਸਾਮਰਾਜ ਵਿੱਚ ਫਿਰ ਲੀਨ ਹੋ ਗਿਆ। ਇਹ ਸੀ ਮੇਨ ਹਿਸਟਰੀ। ਹੁਣ ਕੁਝ ਹੋਰ ਗੱਲਾਂ ਪੜ੍ਹਦੇ ਹਾਂ ਚੋਲਾਂ ਬਾਰੇ। ਇਹਨਾਂ ਦਾ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਦਾ ਸੀ, ਉਸ ਵਿੱਚ ਪੜ੍ਹਾਂਗੇ ਜੀ ਕੇਂਦਰ ਸਰਕਾਰ। ਪਹਿਲਾਂ ਪੜ੍ਹਾਂਗੇ ਕੇਂਦਰ ਸਰਕਾਰ। ਚੋਲਾਂ ਕੋਲ ਪ੍ਰਸ਼ਾਸਨ ਦੀ ਸ਼ਾਨਦਾਰ ਪ੍ਰਣਾਲੀ ਸੀ। ਬਾਦਸ਼ਾਹ ਜਾਂ ਰਾਜਾ ਪ੍ਰਸ਼ਾਸਨ ਦੇ ਸਿਖਰ ਤੇ ਹੁੰਦਾ ਸੀ। ਮੇਨ ਬੰਦਾ ਕੌਣ? ਰਾਜਾ। ਚੋਲ ਸਾਮਰਾਜ ਦੀ ਵੱਡੀ ਹੱਦ, ਮਤਲਬ ਇਹਨਾਂ ਦਾ ਏਰੀਆ ਬਹੁਤ ਜ਼ਿਆਦਾ ਸੀ ਅਤੇ ਸਾਧਨਾਂ ਨੇ, ਇਹਨਾਂ ਕੋਲ ਸੰਸਾਧਨ ਵੀ ਕਾਫੀ ਜ਼ਿਆਦਾ ਸੀ। ਇਸ ਨਾਲ ਕੀ ਹੋਇਆ, ਰਾਜਸ਼ਾਹੀ ਦੀ ਸ਼ਕਤੀ ਅਤੇ ਵਕਾਰ ਨੂੰ ਵਧਾਇਆ। ਇਹਨਾਂ ਗੱਲਾਂ ਕਰਕੇ ਉਹ ਕੀ ਆ, ਉਹਨਾਂ ਦੀ ਸ਼ਕਤੀ ਕਾਫੀ ਵੱਧ ਗਈ ਸੀ। ਕਾਫੀ ਵੱਡਾ ਏਰੀਆ ਸੀ ਉਹਨਾਂ ਦੇ ਕੋਲ, ਤੇ ਇੰਨੇ ਵੱਡੇ ਏਰੀਏ ਦੇ ਵਿੱਚ ਕੀ ਆ, ਇਹਨਾਂ ਕੋਲ ਰਿਸੋਰਸਸ ਵੀ ਸੀ, ਤੇ ਉਸ ਦੇ ਨਾਲ ਕੀ ਹੋਇਆ, ਇਹਨਾਂ ਦੀ ਸ਼ਕਤੀ ਵੀ ਕਾਫੀ ਵੱਧ ਗਈ। ਤੰਜੌਰ ਅਤੇ ਗੰਗਾਈਕੋਂਡਾ ਚੋਲਾਪੁਰਮ ਵਰਗੇ ਵੱਡੇ ਰਾਜਧਾਨੀ ਸ਼ਹਿਰ, ਵੱਡੇ ਸ਼ਾਹੀ ਦਰਬਾਰ ਅਤੇ ਮੰਦਰਾਂ ਨੂੰ ਵਿਆਪਕ ਅਨੁਦਾਨ ਰਾਜੇ ਦੇ ਅਧਿਕਾਰ ਨੂੰ ਪ੍ਰਗਟ ਕਰਦੇ ਹਨ। ਦੇਖੋ, ਵੱਡੇ ਸ਼ਹਿਰ ਉਹਨਾਂ ਨੇ ਬਣਾਏ। ਤੰਜੌਰ ਸੀ, ਤੰਜਵੁਰ ਵੀ ਕਹਿੰਦੇ ਆ, ਤੇ ਫਿਰ ਗੰਗਾਈਕੋਂਡਾ ਚੋਲਾਪੁਰਮ ਬਣਾਇਆ। ਦਰਬਾਰ ਬਹੁਤ ਵੱਡਾ ਸੀ ਇਹਨਾਂ ਦਾ, ਸ਼ਾਹੀ ਦਰਬਾਰ ਸੀ, ਤੇ ਮੰਦਰਾਂ ਨੂੰ ਦਾਨ ਵੀ ਦਿੱਤਾ ਜਾਂਦਾ ਸੀ ਵੱਡੇ ਪੈਮਾਨੇ ਤੇ। ਇਹ ਸਾਰਾ ਕੀ ਸੀਗਾ, ਕਿੰਗ ਦੀ ਅਥਾਰਟੀ ਨੂੰ ਪ੍ਰਗਟ ਕਰਦੇ ਆ। ਉਹਨਾਂ ਦਾ ਪ੍ਰਸ਼ਾਸਨ ਜਾਂ ਉਹਨਾਂ ਦੀ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਸ਼ਾਹੀ ਦੌਰੇ ਵੀ ਉਹ ਕਰਦੇ ਸਨ। ਸ਼ਾਹੀ ਦੌਰੇ, ਜਿਸ ਤਰ੍ਹਾਂ ਵੱਡਾ ਜਿਹੜਾ ਮੇਨ ਲੀਡਰ ਆ ਉਹ ਇੰਸਪੈਕਸ਼ਨ ਵੀ ਕਰਦਾ ਸੀ ਟਾਈਮ ਟੂ ਟਾਈਮ। ਉਹ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਸ਼ਾਹੀ ਦੌਰੇ ਵੀ ਕਰਦੇ ਸਨ। ਇੱਥੇ ਵਿਸਤ੍ਰਿਤ ਪ੍ਰਸ਼ਾਸਕੀ ਮਸ਼ੀਨਰੀ ਸੀ, ਪੂਰੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਡਿਟੇਲ ਵਿੱਚ ਸੀ। ਠੀਕ, ਉੱਪਰੋਂ ਲੈ ਕੇ ਥੱਲੇ ਤੱਕ ਪੂਰੀ ਮਸ਼ੀਨਰੀ ਵਧੀਆ ਢੰਗ ਦੀ ਸੀ, ਜਿਸ ਵਿੱਚ ਵੱਖ-ਵੱਖ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਨੂੰ ਪੇਰੂ ਦਮਨ ਅਤੇ ਸਿਰ ਦਮਨ ਕਿਹਾ ਜਾਂਦਾ ਸੀ। ਇਹ ਸਾਰੇ ਕੀ ਸੀ, ਅਧਿਕਾਰੀ ਸੀ। ਥੋੜਾ ਰੈਵਨਿਊ ਦੀ ਗੱਲ ਕਰਦੇ ਹਾਂ। ਮਾਲੀਆ, ਭੂਮੀ ਮਾਲ ਮਹਿਕਮਾ ਸੁਚੱਜੇ ਢੰਗ ਨਾਲ ਸੰਗਠਿਤ ਸੀ। ਲੈਂਡ ਰੈਵਨਿਊ ਦਾ ਡਿਪਾਰਟਮੈਂਟ ਬਹੁਤ ਵਧੀਆ ਢੰਗ ਨਾਲ ਸੰਗਠਿਤ ਸੀ। ਬੇਸਿਕਲੀ ਸੋਰਸ ਆਫ ਇਨਕਮ ਲੈਂਡ ਰੈਵਨਿਊ ਹੀ ਜ਼ਿਆਦਾਤਰ ਹੁੰਦਾ ਆ, ਤਾਂ ਇਸ ਦੇ ਉੱਤੇ ਖਾਸ ਧਿਆਨ ਦਿੱਤਾ ਗਿਆ ਸੀ। ਮਾਲੀਏ ਦੇ ਮੁਲਾਂਕਣ ਲਈ ਵੀ ਕਿੰਨਾ ਰੈਵਨਿਊ ਕਿਹਦਾ ਬਣਦਾ ਆ, ਉਸ ਲਈ ਸਾਰੀਆਂ ਜ਼ਮੀਨਾਂ ਦਾ ਧਿਆਨ ਦੇ ਨਾਲ ਕੀ ਕੀਤਾ ਗਿਆ ਸੀ, ਸਰਵੇਖਣ ਤੇ ਵਰਗੀਕਰਨ ਕੀਤਾ ਜਾਂਦਾ ਸੀ। ਸਰਵੇਖਣ, ਉਹਦਾ ਸਰਵੇ ਕਰਨਾ, ਜ਼ਮੀਨ ਕਿਸ ਤਰ੍ਹਾਂ ਦੀ ਆ, ਉਪਜਾਊ ਆ, ਉਹਦੇ ਕੋਲ ਵਧੀਆ ਸਿੰਚਾਈ ਸੁਵਿਧਾਵਾਂ ਹੈਗੀਆਂ ਆ,
ਤਾਂ ਫਿਰ ਉਹਨਾਂ ਉੱਤੇ ਟੈਕਸ ਵੀ ਜ਼ਿਆਦਾ ਲੱਗਦਾ ਸੀ। ਤਾਂ ਜੇ ਜ਼ਮੀਨ ਪਹਾੜਾਂ 'ਤੇ ਆ ਜਾਂ ਥੋੜ੍ਹੇ ਬੰਜਰ ਏਰੀਏ 'ਤੇ ਆ, ਫਿਰ ਉਸ ਹਿਸਾਬ ਨਾਲ ਘੱਟ ਟੈਕਸ ਲੱਗਦਾ ਹੋਏਗਾ। ਇਹ ਗੱਲਾਂ ਸਾਰੀਆਂ ਜੀ ਮਾਲੀਏ ਦੇ ਮੁਲਾਂਕਣ ਲਈ ਵੀ ਕਿੰਨਾ ਤੁਸੀਂ ਟੈਕਸ ਦੇਣਾ ਆ, ਕਿੰਨਾ ਤੁਸੀਂ ਸਰਕਾਰ ਨੂੰ ਦੇਣਾ ਟੈਕਸ। ਸਾਰੀਆਂ ਜ਼ਮੀਨਾਂ ਦਾ ਧਿਆਨ ਨਾਲ ਸਰਵੇਖਣ ਅਤੇ ਵਰਗੀਕਰਨ ਕੀਤਾ ਗਿਆ ਸੀ। ਠੀਕ। ਪਿੰਡ ਦੇ ਰਿਹਾਇਸ਼ੀ ਹਿੱਸੇ ਨੂੰ ਉਰ ਨੱਤਮ ਕਿਹਾ ਜਾਂਦਾ ਸੀ। ਉਰ, ਤੁਸੀਂ ਉਰ ਵੀ ਯਾਦ ਰੱਖ ਸਕਦੇ ਹੋ। ਉਰ ਬੇਸਿਕਲੀ ਹੈ ਉਰ ਨੱਤਮ। ਇਕੱਲਾ ਉਰ ਵੀ ਯਾਦ ਰੱਖ ਲਿਆ ਉਹ ਵੀ ਠੀਕ ਆ। ਇਹ ਯਾਦ ਰੱਖਿਓ ਵੀ ਜਿੱਥੇ ਲੋਕ ਰਹਿੰਦੇ ਸੀ ਰਿਹਾਇਸ਼ੀ ਏਰੀਏ ਨੂੰ ਕਹਿੰਦੇ ਸੀ ਉਰ ਨੱਤਮ। ਉਰ ਨੱਤਮ ਜਿੱਥੇ ਲੋਕ ਰਹਿੰਦੇ ਸੀ ਉਹ ਵਾਲਾ ਏਰੀਆ, ਅਤੇ ਹੋਰ ਜ਼ਮੀਨਾਂ ਜਿਵੇਂ ਕਿ ਮੰਦਰਾਂ ਨਾਲ ਸੰਬੰਧਿਤ ਜ਼ਮੀਨਾਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਸੀ। ਇਹ ਗੱਲ ਬੜੀ ਇੰਪੋਰਟੈਂਟ ਆ। ਧਾਰਮਿਕ ਜ਼ਮੀਨਾਂ ਸੀਗੀਆਂ ਨਾ ਜਿਹੜੀਆਂ ਤੇ ਰਿਹਾਇਸ਼ੀ, ਇਹਨਾਂ ਉੱਤੇ ਟੈਕਸ ਨਹੀਂ ਸੀ ਲੱਗਦਾ। ਜ਼ਮੀਨੀ ਮਾਲੀਏ ਤੋਂ ਇਲਾਵਾ ਹੋਰ ਕਿੱਥੋਂ ਟੈਕਸ ਆਉਂਦਾ ਸੀ ਜੀ, ਦੇਖ ਲਓ। ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲੇ ਸਮਾਨ, ਇੱਕ ਥਾਂ ਤੋਂ ਦੂਜੀ ਥਾਂ ਲਿਜਾਏ ਜਾਣ ਵਾਲੇ ਸਮਾਨ ਤੇ ਟੋਲ ਅਤੇ ਕਸਟਮ ਟੈਕਸ ਲੱਗਦਾ ਸੀ, ਜੋ ਅੱਜ ਵੀ ਲੱਗਦੇ ਆ। ਕਈ ਤਰ੍ਹਾਂ ਦੇ ਪੇਸ਼ੇਵਰ ਟੈਕਸ, ਪੇਸ਼ਿਆਂ ਦੇ ਹਿਸਾਬ ਨਾਲ ਟੈਕਸ ਲੱਗਦੇ ਸੀ। ਕਾਰਪੈਂਟਰ ਉੱਤੇ, ਲੁਹਾਰਾਂ ਉੱਤੇ ਪੇਸ਼ਿਆਂ ਦੇ ਹਿਸਾਬ ਨਾਲ ਟੈਕਸ ਵੀ ਲੱਗਦੇ ਸੀ। ਵਿਆਹ ਵਰਗੇ ਰਸਮੀ ਮੌਕਿਆਂ ਤੇ ਲਗਾਏ ਜਾਣ ਵਾਲੇ ਟੈਕਸਾਂ ਦੇ ਨਾਲ ਅੰਤਾਜਾਂ ਦੀਆਂ ਟੈਕਸ ਆਏ ਥੇ। ਵਿਆਹ ਸ਼ਾਦੀਆਂ ਦੇ ਮੌਕੇ ਤੇ ਵੀ ਟੈਕਸ ਲਗਾਏ ਜਾਂਦੇ ਸੀ। ਤੇ ਹੋਰ ਹਿਸਾਬ ਨਾਲ ਕੀ ਆ, ਨਿਆਇਕ ਜੁਰਮਾਨੇ ਵੀ, ਜੁਡੀਸ਼ੀਅਲ ਫਾਈਨਸ ਵਗੈਰਾ, ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਲਈ ਫਾਈਨ ਵੀ ਰੱਖਿਆ ਆ, ਉਹਨੂੰ ਕਹਿੰਦੇ ਜੀ ਨਿਆਇਕ ਜੁਰਮਾਨੇ, ਇਹ ਵੀ ਲਗਾਏ ਜਾਂਦੇ ਸੀ। ਇਹ ਸਾਰੇ ਕੀ ਆ, ਸੋਰਸ ਆਫ ਇਨਕਮ ਆ, ਆਮਦਨੀ ਦੇ ਸਾਧਨ ਸੀ। ਇਸ ਪ੍ਰਕਾਰ ਦੇ ਟੈਕਸ ਵੀ ਲਗਾਏ ਜਾਂਦੇ ਸੀ। ਤੇ ਔਖੇ ਸਮੇਂ ਟੈਕਸਾਂ ਵਿੱਚ ਛੋਟ ਦਿੱਤੀ ਜਾਂਦੀ ਸੀ। ਔਖਾ ਸਮਾਂ ਕਿਹੜਾ, ਮੰਨ ਲਓ ਕਿ ਸੋਕਾ ਪੈ ਗਿਆ ਜਾਂ ਫਲੱਡ ਆ ਗਏ, ਹੜ੍ਹ ਆ ਗਏ, ਤਾਂ ਫਿਰ ਉਸ ਵੇਲੇ ਜੇ ਫਸਲ ਤਬਾਹ ਹੋ ਗਈ ਆ ਤੇ ਫਿਰ ਟੈਕਸ ਵਿੱਚ ਛੋਟ ਵੀ ਦੇ ਦਿੱਤੀ ਜਾਂਦੀ ਸੀ। ਸਰਕਾਰੀ ਖਰਚੇ ਦੀਆਂ ਮੁੱਖ ਵਸਤੂਆਂ ਵਿੱਚ ਹੁਣ ਸਰਕਾਰੀ ਖਰਚੇ ਕਿਹੜੇ ਆ, ਮੇਨ ਜਿਹੜੇ ਐਕਸਪੈਂਡੀਚਰ ਆ ਸਰਕਾਰੀ, ਰਾਜਾ ਅਤੇ ਉਸਦਾ ਦਰਬਾਰ, ਇਸ ਦੇ ਉੱਤੇ ਖਰਚਾ। ਫੌਜ ਅਤੇ ਜਲ ਸੈਨਾ ਉੱਤੇ ਖਰਚਾ। ਸੜਕਾਂ, ਸਿੰਚਾਈ ਟੈਂਕਾਂ, ਤਲਾਬ ਵਗੈਰਾ ਬਣਾਉਣੇ, ਖੇਤੀਬਾੜੀ ਲਈ ਪਾਣੀ ਲਈ ਤਲਾਬ ਬਣਾਉਣੇ ਪਾਣੀਆਂ ਦੇ, ਸਿੰਚਾਈ ਟੈਂਕ ਅਤੇ ਨਹਿਰਾਂ ਤੇ ਖਰਚ ਸ਼ਾਮਲ ਸਨ। ਇਹ ਸਾਰੇ ਕੀ ਆ, ਸਰਕਾਰੀ ਖਰਚੇ, ਸਰਕਾਰ ਜਿਹੜੇ ਖਰਚੇ ਕਰਦੀ ਸੀ। ਹੁਣ ਥੋੜਾ ਇਹਨਾਂ ਦਾ ਮਿਲਟਰੀ ਪ੍ਰਸ਼ਾਸਨ ਦੇਖ ਲਈਏ। ਸੈਨਾ ਕਿਸ ਤਰ੍ਹਾਂ ਸੰਗਠਿਤ ਸੀ। ਚੌਲਾਂ ਨੇ ਹਾਥੀ, ਘੋੜਸਵਾਰ, ਪੈਦਲ ਅਤੇ ਜਲ ਸੈਨਾ, ਇਹਨਾਂ ਦੀ ਇੱਕ ਨਿਯਮਿਤ ਖੜੀ ਫੌਜ ਬਣਾਈ ਰੱਖੀ। ਖੜੀ ਫੌਜ ਦਾ ਮਤਲਬ ਤਿਆਰ ਬਰ ਤਿਆਰ, ਆਰਡਰ ਦਿਓ ਤੇ ਫੌਜ ਆਪਣੇ ਐਕਸ਼ਨ ਲਈ ਤਿਆਰ। ਖੜੀ ਫੌਜ ਬਣਾਈ ਰੱਖੀ, ਹਾਥੀਆਂ ਦੀ, ਘੋੜਸਵਾਰਿਆਂ ਦੀ, ਪੈਦਲ, ਜਲ ਸੈਨਾ, ਇਹ ਸਾਰੇ। ਸ਼ਿਲਾਲੇਖਾਂ ਵਿੱਚ ਲਗਭਗ 70 ਰੈਜੀਮੈਂਟਾਂ ਦਾ ਜ਼ਿਕਰ ਹੈ। ਇੰਨੀਆਂ ਰੈਜੀਮੈਂਟਾਂ ਹੈ ਜੋ ਕਿ ਪੱਥਰਾਂ ਤੇ ਲਿਖੇ ਹੋਏ ਅੱਖਰ ਦੱਸਦੇ ਆ, ਸ਼ਿਲਾਲੇਖਾਂ ਦੱਸਦੀਆਂ ਆ ਜੋ ਉਸ ਟਾਈਮ ਦੇ ਰਾਈਟਿੰਗਸ ਆ, ਹੈ ਜੀ। ਉੱਤੇ ਲਿਖਿਆ ਗਿਆ ਕਿ 70 ਰੈਜੀਮੈਂਟਾਂ ਸਨ, ਸੈਨਾ ਦੀਆਂ ਟੁਕੜੀਆਂ। ਵੇਲੈਕਰਾਰ ਵਜੋਂ ਜਾਣੇ ਜਾਂਦੇ ਰਾਜੇ ਦੀ ਰੱਖਿਆ ਲਈ ਇੱਕ ਨਿੱਜੀ ਫੌਜ ਵੀ ਸੀ। ਰਾਜੇ ਦੀ ਰੱਖਿਆ ਲਈ ਨਿੱਜੀ ਫੌਜ। ਅੱਛਾ, ਤੁਸੀਂ ਸਾਰੇ ਨਾਮ ਨਹੀਂ ਯਾਦ ਕਰਨੇ ਕਿਉਂਕਿ ਸਾਡੀ ਆਮ ਭਾਸ਼ਾ ਦੇ ਸ਼ਬਦ ਨਹੀਂ ਆ, ਇਸ ਲਈ ਤੁਹਾਡੀ ਤਿਆਰੀ ਗੜਬੜਾ ਸਕਦੀ ਹੈ ਜੇ ਤੁਸੀਂ ਸਾਰੇ ਨਾਮ ਯਾਦ ਕਰਨ ਲੱਗ ਜਾਓ। ਮੇਨ ਆਪਾਂ ਚੱਕਣੇ ਆ। ਫੌਜ ਦੀ ਸਿਖਲਾਈ ਵੱਲ ਧਿਆਨ ਦਿੱਤਾ ਗਿਆ ਅਤੇ ਫੌਜੀ ਸੌਣੀਆਂ ਵੀ ਮੌਜੂਦ ਸਨ। ਪ੍ਰੋਪਰ ਸਿਖਲਾਈ, ਟ੍ਰੇਨਿੰਗ ਤੇ ਫੌਜੀ ਸੌਣੀਆਂ, ਕੰਟੋਨਮੈਂਟ, ਇਹ ਵੀ ਸਨ। ਚੌਲਾਂ ਨੇ ਆਪਣੀ ਜਲ ਸੈਨਾ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਜਲ ਸੈਨਾ ਆਪਾਂ ਦੇਖਿਆ ਕਿ ਇਹ ਸ਼੍ਰੀਲੰਕਾ ਤੱਕ ਗਏ, ਆਪਣੇ ਇੱਧਰ ਮਲੇਸ਼ੀਆ, ਇੰਡੋਨੇਸ਼ੀਆ, ਇਹ ਦੇਸ਼ਾਂ ਤੱਕ ਗਏ ਇਹਨਾਂ ਦੀ ਸੈਨਾ। ਇਹਦਾ ਮਤਲਬ ਜਲ ਸੈਨਾ ਵੀ ਕਾਫੀ ਸਟਰੋਂਗ ਹੋਏਗੀ। ਚੌਲਾਂ ਦੇ ਅਧੀਨ ਤਾਮਿਲਾਂ ਦੀਆਂ ਜਲ ਸੈਨਾ ਦੀਆਂ ਪ੍ਰਾਪਤੀਆਂ ਆਪਣੇ ਸਿਖਰ ਤੇ ਪਹੁੰਚ ਗਈਆਂ। ਠੀਕ ਹੈ ਜੀ। ਉਹਨਾਂ ਨੇ ਮਾਲਾਬਾਰ ਵੈਸਟਰਨ ਕੋਸਟ, ਜਿਹੜਾ ਕਿ ਕੇਰਲਾ ਸਾਈਡ ਹੈ, ਉਹਨੂੰ ਕਹਿੰਦੇ ਜੀ ਮਾਲਾਬਾਰ ਤੱਟ, ਅਤੇ ਈਸਟਰਨ ਤੱਟ ਨੂੰ ਕਹਿੰਦੇ ਆ ਜੀ, ਪੂਰਬੀ ਤੱਟ ਨੂੰ ਕਹਿੰਦੇ ਆ ਸਾਊਥ ਵਿੱਚ ਕੋਰੋਮੰਡਲ ਤੱਟ ਜਾਂ ਕੋਸਟ, ਉਸ ਨੂੰ ਕੰਟਰੋਲ ਕੀਤਾ ਹੋਇਆ ਸੀ।
ਦਰਅਸਲ ਬੰਗਾਲ ਦੀ ਖਾੜੀ ਕੁਝ ਸਮੇਂ ਲਈ ਚੌਲ ਝੀਲ ਬਣ ਗਈ ਸੀ। ਚੌਲਾਂ ਦੀ ਝੀਲ ਬਣ ਗਈ ਸੀ। ਇਹਦਾ ਤੁਹਾਨੂੰ ਇਹ ਪ੍ਰਸ਼ਨ ਆ ਸਕਦਾ ਕਿ ਬੰਗਾਲ ਦੀ ਖਾੜੀ ਕੁਝ ਸਮੇਂ ਲਈ ਚੋਲ ਸਾਮਰਾਜ ਲਈ ਝੀਲ ਬਣ ਗਈ ਸੀ। ਚਾਨਣਾ ਪਾਓ, ਵਿਚਾਰ ਦਿਓ, ਸਪਸ਼ਟ ਕਰੋ। ਉੱਥੇ ਇਹੀ ਗੱਲਾਂ ਆ ਕਿ ਉਹਨਾਂ ਨੇ ਕਿੰਨੇ ਏਰੀਏ 'ਤੇ ਕਬਜ਼ਾ ਕਰ ਲਿਆ ਸੀ। ਭਾਰਤ ਵਾਲੇ ਗੱਲਾਂ ਦੱਸ ਦੇਣੀਆਂ। ਇਸ ਤੋਂ ਇਲਾਵਾ ਸ਼੍ਰੀਲੰਕਾ, ਇੰਡੋਨੇਸ਼ੀਆ, ਮਲੇਸ਼ੀਆ ਇਹਨਾਂ ਬਾਰੇ ਵੀ ਗੱਲਾਂ ਦੱਸ ਦੇਣੀਆਂ ਵੀ ਉੱਥੇ ਤੱਕ ਇਹਨਾਂ ਨੇ ਮੱਲਾਂ ਮਾਰੀਆਂ ਸੀ। ਇਸ ਲਈ ਜਿਹੜਾ ਅਰਬ ਬੰਗਾਲ ਦੀ ਖਾੜੀ ਆ ਉਹ ਇਹਨਾਂ ਲਈ ਇੱਕ ਝੀਲ ਸੀ, ਕਿਉਂਕਿ ਇਹ ਬੰਗਾਲ ਦੀ ਖਾੜੀ ਦੇ ਦੋਨੋਂ ਪਾਸੇ ਇਹਨਾਂ ਦਾ ਰਾਜ ਸੀ। ਸਾਰੇ ਪਾਸੇ ਇਹਨਾਂ ਦਾ ਰਾਜ ਸੀ। ਸੂਬਾਈ ਪ੍ਰਸ਼ਾਸਨ, ਸੂਬੇ ਦੇ ਲੈਵਲ ਤੇ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਸੀ। ਚੌਲ ਸਾਮਰਾਜ ਨੂੰ ਮੰਡਲਾਂ ਵਿੱਚ ਵੰਡਿਆ ਗਿਆ ਸੀ। ਮੰਡਲ ਅੱਜ ਦੇ ਜਿਹੜੇ ਸਟੇਟ ਹੁੰਦੇ ਆ ਨਾ, ਪੰਜਾਬ, ਹਰਿਆਣਾ, ਰਾਜਸਥਾਨ, ਇਸ ਤਰ੍ਹਾਂ ਉਸ ਟਾਈਮ ਵਿੱਚ ਮੰਡਲਾਂ ਵਿੱਚ ਡਿਵਾਈਡ ਕੀਤਾ ਸੀ ਪੂਰੇ ਸਾਮਰਾਜ ਨੂੰ, ਅਤੇ ਹਰੇਕ ਮੰਡਲਮ ਨੂੰ ਵਲਨਾਡਸ ਅਤੇ ਨਾਡਸ ਵਿੱਚ ਵੰਡਿਆ ਗਿਆ ਸੀ। ਛੱਡੋ ਇਹਨਾਂ ਨੂੰ, ਇੰਨਾ ਕੀ ਯਾਦ ਰੱਖੇ। ਹਾਂ ਵੀ ਅੱਗੇ ਉਹਨਾਂ ਦੀ ਫਰਦਰ ਸਬ ਡਿਵੀਜ਼ਨ ਵੀ ਸੀ। ਠੀਕ ਹੈ ਜੀ। ਹਰੇਕ ਨਾੜੂ ਵਿੱਚ ਕਈ ਖੁਦਮੁਖਤਿਆਰੀ ਪਿੰਡ ਵੀ ਸਨ। ਖੁਦਮੁਖਤਿਆਰੀ ਮਤਲਬ ਆਟੋਨੋਮਸ, ਵੀ ਪਿੰਡ ਆਪਣੇ ਪ੍ਰਸ਼ਾਸਨ ਨੂੰ ਆਪ ਚਲਾਉਂਦੇ ਸਨ। ਬਾਹਰੀ ਇੰਟਰਫੇਰੈਂਸ, ਬਾਹਰੀ ਜਿਹੜੀ ਹੈ ਦਖਲ ਬਹੁਤ ਘੱਟ ਸੀ। ਠੀਕ। ਸ਼ਾਹੀ ਰਾਜਕੁਮਾਰ ਜਾਂ ਅਧਿਕਾਰੀ ਮੰਡਲਾਂ ਦੇ ਇੰਚਾਰਜ ਸਨ। ਪ੍ਰੋਪਰ ਆਫਿਸਰ ਜਾਂ ਸ਼ਾਹੀ ਰਾਜਕੁਮਾਰ, ਉਹਨਾਂ ਨੂੰ ਕੋਈ ਨਾ ਕੋਈ ਮੰਡਲ ਦੇ ਦਿੱਤਾ ਜਾਂਦਾ ਸੀ ਵੀ ਤੁਸੀਂ ਇਹ ਮੰਡਲ ਦੀ ਨਿਗਰਾਨੀ ਕਰੋ। ਵਲਨਾਡੂ ਪੇਰੀਅੰਤਰ ਦੇ ਅਧੀਨ ਸੀ ਅਤੇ ਨਾੜੂ ਨੱਤਰ ਦੇ ਅਧੀਨ ਸੀ। ਛੱਡੋ, ਰਹਿਣ ਦਿਓ, ਅੱਗੇ ਚਲੋ। ਕਸਬੇ ਨੂੰ ਨਗਰਮ ਵਜੋਂ ਜਾਣਿਆ ਜਾਂਦਾ ਸੀ। ਆਹ ਇੰਪੋਰਟੈਂਟ ਆ। ਛੋਟੇ ਸ਼ਹਿਰ ਨੂੰ ਨਗਰਮ ਵਜੋਂ ਜਾਣਿਆ ਜਾਂਦਾ ਸੀ, ਨਗਰ, ਅਤੇ ਇਹ ਨਗਰਾਤਰ ਨਾਮਕ ਕੌਂਸਲ ਦੇ ਪ੍ਰਬੰਧ ਅਧੀਨ ਸੀ। ਠੀਕ, ਇੰਨਾ ਯਾਦ ਕਰ ਲਓ। ਛੋਟੇ ਕਸਬੇ ਨੂੰ ਨਗਰਮ ਕਿਹਾ ਜਾਂਦਾ ਸੀ। ਹੁਣ ਗੱਲ ਕਰਦੇ ਜੀ ਪਿੰਡਾਂ ਦੀਆਂ ਅਸੈਂਬਲੀਆਂ। ਪਿੰਡਾਂ ਵਿੱਚ ਕੰਮ ਧੰਦਾ ਚਲਾਉਣ ਲਈ ਆਪਣੇ ਆਪਣੇ ਵਾਰਡ ਸੀ। ਇਹਨਾਂ ਦੀਆਂ ਆਪਣੀਆਂ ਅਸੈਂਬਲੀਆਂ ਸੀਗੀਆਂ, ਇਕੱਠੇ ਹੁੰਦੇ ਸੀ, ਕਮੇਟੀਆਂ ਸੀਗੀਆਂ। ਪਿੰਡ ਦੀ ਖੁਦਮੁਖਤਿਆਰੀ ਦੀ ਪ੍ਰਣਾਲੀ, ਜਿਸ ਵਿੱਚ ਸਭਾ ਅਤੇ ਕਮੇਟੀਆਂ ਸ਼ਾਮਿਲ ਸਨ, ਯੁੱਗਾਂ ਦੌਰਾਨ ਵਿਕਸਿਤ ਹੁੰਦੀ ਹੋਈ ਚੌਲ ਸ਼ਾਸਨ ਦੇ ਦੌਰਾਨ ਸਿਖਰ ਤੇ ਪਹੁੰਚ ਗਈ। ਦੇਖੋ, ਪਿੰਡ ਲੈਵਲ ਤੇ ਇੱਕ ਆਪਣੀ ਆਟੋਨਮੀ ਹੁੰਦੀ ਸੀ। ਇਹ ਆਟੋਨਮੀ ਡਿਊ ਕੋਰਸ ਆਫ ਟਾਈਮ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਜ਼ਿਆਦਾ ਸਟਰੋਂਗ ਹੋਈ ਤੇ ਚੌਲ ਪੀਰੀਅਡ ਦੇ ਵਿੱਚ ਇਹ ਬਹੁਤ ਆਪਣੇ ਸਿਖਰ ਤੇ ਪਹੁੰਚ ਗਈ। ਕਹਿਣ ਦਾ ਮਤਲਬ ਚੌਲ ਪੀਰੀਅਡ ਦੌਰਾਨ ਖੁਦਮੁਖਤਿਆਰੀ ਕਿਹਨਾਂ ਦੀ? ਪਿੰਡਾਂ ਦੀ ਕਾਫੀ ਜ਼ਿਆਦਾ ਸੀ। ਤਾਂ ਇਹ ਪਿੰਡਾਂ ਵਿੱਚ ਇੱਕ ਖੁਦਮੁਖਤਿਆਰੀ ਕਿਸ ਰੂਪ ਵਿੱਚ ਕੰਮ ਕਰਦੀ ਸੀ? ਪਿੰਡਾਂ ਵਿੱਚ ਜਿਹੜੀਆਂ ਆਪਣੀਆਂ ਸਭਾਵਾਂ ਹੁੰਦੀਆਂ ਸੀ, ਜੋ ਕਮੇਟੀਆਂ ਹੁੰਦੀਆਂ ਸੀ ਪਿੰਡਾਂ ਦੀਆਂ ਆਪਣੀਆਂ, ਇਹਨਾਂ ਦੇ ਥਰੂ ਇਹ ਕੰਮ ਕਰਦੇ ਸੀ ਤੇ ਇਹਨਾਂ ਨਾਲ ਕੀ ਆ, ਪਿੰਡਾਂ ਦੀ ਖੁਦਮੁਖਤਿਆਰੀ ਬੜੀ ਰਹੀ, ਸਗੋਂ ਹੋਰ ਸਟਰੋਂਗ ਹੋਈ। ਸ਼ਿਲਾਲੇਖਾਂ ਅਨੁਸਾਰ ਵਾਰਡ ਮੈਂਬਰ ਬਣਨ ਲਈ ਯੋਗਤਾਵਾਂ ਅਤੇ ਅਯੋਗਤਾਵਾਂ ਦੋਨੋਂ ਨਿਰਧਾਰਿਤ ਕੀਤੀਆਂ ਗਈਆਂ ਸਨ। ਪਿੰਡਾਂ ਦਾ ਕੰਮ ਚਲਾਉਣ ਲਈ ਨਾ ਪਿੰਡਾਂ ਨੂੰ ਵਾਰਡਾਂ ਵਿੱਚ ਵੰਡਿਆ ਗਿਆ ਸੀਗਾ। ਜਿਸ ਤਰ੍ਹਾਂ ਅੱਜ ਵਾਰਡ ਹੁੰਦੇ ਸ਼ਹਿਰਾਂ ਵਿੱਚ, ਅੱਜ ਕੱਲ੍ਹ ਸ਼ਹਿਰਾਂ ਵਿੱਚ ਵਾਰਡ ਆ, ਇਸੇ ਤਰ੍ਹਾਂ ਨਾਲ ਪਿੰਡਾਂ ਦਾ ਕੰਮ ਚਲਾਉਣ ਲਈ ਪਿੰਡਾਂ ਨੂੰ ਵਾਰਡਾਂ ਵਿੱਚ ਵੰਡਿਆ ਗਿਆ ਸੀ। ਤੇ ਬਾਕੀ ਜਿਹੜੇ ਵਾਰਡ ਦੇ ਫਿਰ ਚੁਣੇ ਹੋਏ ਬੰਦੇ ਸੀ, ਜਿਸ ਤਰ੍ਹਾਂ ਵੀ, ਉਹ ਫਿਰ ਕਮੇਟੀਆਂ ਦੇ ਰੂਪ ਵਿੱਚ ਕੰਮ ਕਰਦੇ ਸੀ। ਤੇ ਕੌਣ ਕੌਣ ਇਹਨਾਂ ਦਾ ਮੈਂਬਰ ਬਣ ਸਕਦਾ ਸੀ, ਉਸ ਲਈ ਕੀ ਐਲੀਜੀਬਿਲਟੀਆਂ ਆ, ਯੋਗਤਾਵਾਂ ਤੇ ਅਯੋਗਤਾਵਾਂ, ਇਹ ਦੋਨੋਂ ਨਿਰਧਾਰਿਤ ਕੀਤੀਆਂ ਗਈਆਂ ਸਨ ਵੀ ਆਹ ਤੁਹਾਡੀਆਂ ਐਲੀਜੀਬਿਲਟੀਆਂ ਹੋਣੀਆਂ ਚਾਹੀਦੀਆਂ। ਉਤੋਂ ਪੜ੍ਹ ਲੈਂਦੇ ਜੀ ਕਿਹੜੀਆਂ ਐਲੀਜੀਬਿਲਟੀਆਂ ਸਨ। ਮੈਂਬਰ ਬਣਨ ਲਈ ਯੋਗਤਾਵਾਂ, ਕਿਹੜੀ ਯੋਗਤਾਵਾਂ? ਕੁਛ ਯੋਗਤਾਵਾਂ ਆ ਜੀ। ਜ਼ਮੀਨ ਦੀ ਘੱਟੋ ਘੱਟ 1/4 ਬੇਲੀ ਦੀ ਮਾਲਕੀ। ਹੁਣ ਬੇਲੀ ਕੀ ਆ? ਬੇਲੀ ਇੱਕ ਯੂਨਿਟ ਆ ਜੀ ਜ਼ਮੀਨ ਦਾ। ਤੇ ਆਪਾਂ ਟੈਕਨੀਕਲ ਨਹੀਂ ਜਾਣਾ, ਤੁਸੀਂ ਇੰਨਾ ਯਾਦ ਰੱਖ ਲਓ ਵੀ ਹਾਂ ਵੀ ਕੁਛ ਹੱਦ ਤੱਕ ਉਹਦੇ ਕੋਲ ਜ਼ਮੀਨ ਹੋਣੀ ਚਾਹੀਦੀ ਸੀ। ਜੇ ਉਸਨੇ ਪਿੰਡਾਂ ਦੀ ਕਮੇਟੀ ਦਾ, ਵਾਰਡ ਦਾ ਮੈਂਬਰ ਬਣਨਾ ਆ ਕਿਸੇ ਬੰਦੇ ਨੇ, ਉਹਨਾਂ ਕੋਲ ਕੁਛ ਜ਼ਮੀਨ ਹੋਣੀ ਚਾਹੀਦੀ ਸੀ। ਉਹਨਾਂ ਦੇ ਕੋਲ ਆਪਣਾ ਨਿਵਾਸ ਹੋਵੇ, ਕੈਂਡੀਡੇਟ ਕੋਲ, ਜਿਸਨੇ ਜੋ ਬੰਦਾ ਕਮੇਟੀ ਦਾ ਮੈਂਬਰ ਬਣਨਾ ਚਾਹੁੰਦਾ ਆ, ਉਸਦੇ ਕੋਲ ਆਹ ਯੋਗਤਾਵਾਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਕੁਛ ਯੂਨਿਟ ਦੀ ਜ਼ਮੀਨ ਹੋਵੇ, ਉਸਦੇ ਕੋਲ ਆਪਣਾ ਨਿਵਾਸ ਹੋਵੇ, 30 ਸਾਲ ਤੋਂ ਉੱਪਰ ਅਤੇ 70 ਸਾਲ ਤੋਂ ਘੱਟ ਉਮਰ ਹੋਵੇ ਉਸਦੀ।
ਏਜ ਲਿਮਿਟ ਵੀ ਤੈਅ ਸੀ 70 ਸਾਲ ਤੋਂ ਘੱਟ ਤੇ 30 ਸਾਲ ਤੋਂ ਉੱਤੇ। ਵੇਦਾਂ ਦਾ ਗਿਆਨ ਹੋਵੇ। ਇਹ ਸਾਰੀਆਂ ਕੀ ਸੀ? ਐਲੀਜੀਬਿਲਟੀਆਂ, ਯੋਗਤਾਵਾਂ। ਸ਼ਿਲਾ ਲੇਖਾਂ ਵਿੱਚ ਅਯੋਗਤਾ ਤੇ ਕੁਝ ਨਿਯਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਉਹ ਸਨ, ਹੁਣ ਆਪਾਂ ਗੱਲ ਕਰਦੇ ਹਾਂ ਅਯੋਗਤਾ। ਠੀਕ, ਇਹ ਗੱਲਾਂ ਕਰਕੇ ਕੋਈ ਬੰਦਾ ਅਯੋਗ ਹੋ ਸਕਦਾ ਸੀ ਕਮੇਟੀ ਮੈਂਬਰ ਬਣਨ ਦੇ। ਜਿਹੜੇ ਪਿਛਲੇ 3 ਸਾਲਾਂ ਤੋਂ ਕਮੇਟੀ ਮੈਂਬਰ ਰਹੇ ਸਨ, ਜਿਹੜੇ ਪਿਛਲੇ 3 ਸਾਲਾਂ ਤੋਂ ਕਮੇਟੀ ਦੇ ਮੈਂਬਰ ਲਗਾਤਾਰ ਚੁਣ ਕੇ ਆ ਰਹੇ ਸਨ, ਉਹਨਾਂ ਨੂੰ ਅੱਗੇ ਨਹੀਂ ਮੌਕਾ ਦੇਣਾ। ਉਹ ਹੁਣ ਦੁਬਾਰਾ ਕਮੇਟੀ ਮੈਂਬਰ ਨਹੀਂ ਬਣ ਸਕਦੇ। ਜੋ ਕਮੇਟੀ ਮੈਂਬਰ ਵਜੋਂ ਕੀਤੇ ਕੰਮਾਂ ਦਾ ਬਿਊਰਾ ਦੇਣ ਵਿੱਚ ਅਸਫਲ ਰਹੇ ਸਨ। ਪਹਿਲਾਂ ਇਹ ਮੈਂਬਰ ਸੀ, ਪਰ ਜੋ ਇਹਨਾਂ ਨੇ ਕੰਮ ਕੀਤਾ, ਆਪਣੇ ਕੰਮ ਦਾ ਬਿਊਰਾ ਨਹੀਂ ਦੇ ਪਾਏ, ਤਾਂ ਕੀ ਹੋ ਗਏ? ਅਯੋਗ ਹੋ ਗਏ ਦੁਬਾਰਾ ਮੈਂਬਰ ਬਣਨ ਦੇ। ਜਿਨ੍ਹਾਂ ਨੇ ਪਾਪ ਕੀਤੇ ਸਨ, ਹੁਣ ਪਾਪ ਇੱਥੇ ਕਈ ਪ੍ਰਕਾਰ ਦੇ ਹੋ ਸਕਦੇ ਆ, ਆਪਾਂ ਸਿੰਪਲੀ ਜੁਰਮ ਵੀ ਕਹਿ ਸਕਦੇ ਹਾਂ, ਉਹ ਵੀ ਕੀ ਹੋ ਗਏ? ਅਯੋਗ। ਜਿਨ੍ਹਾਂ ਨੇ ਦੂਜਿਆਂ ਦੀ ਜਾਇਦਾਦ ਚੋਰੀ ਕੀਤੀ ਸੀ, ਉਹ ਵੀ ਮੈਂਬਰ ਨਹੀਂ ਬਣ ਸਕਦੇ ਸੀ। ਠੀਕ ਹੈ ਜੀ। ਹੁਣ ਜਿਹੜੇ ਬੰਦੇ ਮੈਂਬਰ ਬਣਨਾ ਚਾਹੁੰਦੇ ਸੀ, ਉਹ ਆਪਣਾ ਨਾਮ ਦਿੰਦੇ ਸੀ। ਠੀਕ, ਜਿਹੜੇ ਐਲੀਜੀਬਲ ਆ ਉਹਨਾਂ ਨੇ ਆਪਣਾ ਨਾਮ ਦੇ ਦਿੱਤਾ। ਫਿਰ ਉਹਨਾਂ ਵਿੱਚੋਂ ਕੀ ਕੀਤਾ ਜਾਂਦਾ ਸੀਗਾ? ਇੱਕ ਮੈਥਡ ਦੇ ਥਰੂ ਉਹਨਾਂ ਵਿੱਚੋਂ ਬੰਦੇ ਸਿਲੈਕਟ ਕੀਤੇ ਜਾਂਦੇ ਸੀ। ਮੰਨ ਲਓ ਕਿ 30 ਬੰਦੇ ਸਿਲੈਕਟ ਕਰਨੇ ਆ, ਤਾਂ ਸਾਰੀਆਂ ਪਰਚੀਆਂ ਇੱਕ ਖਜੂਰ ਦੇ ਪੱਤਿਆਂ ਤੇ ਨਾਮ ਲਿਖ ਕੇ ਪਰਚੀਆਂ ਬਣਾ ਕੇ ਇੱਕ ਡੱਬੇ ਵਿੱਚ ਪਾ ਦਿੱਤੇ ਜਾਂਦੇ ਸੀ, ਨਾਮ ਸਾਰਿਆਂ ਦੇ। ਫਿਰ ਕਿਸੇ ਛੋਟੇ ਬੱਚਾ ਜਾਂ ਬੱਚੀ ਨੂੰ ਕਿਹਾ ਜਾਂਦਾ ਸੀ ਕਿ ਇਹਦੇ ਵਿੱਚੋਂ ਪਰਚੀ ਕੱਢੋ। ਉਹ ਪਰਚੀ ਕੱਢਦੇ ਸੀ, ਤਾਂ ਜਿੰਨੇ ਬੰਦੇ ਸਿਲੈਕਟ ਕਰਨੇ ਸੀ ਉਨੀਆਂ ਪਰਚੀਆਂ ਕੱਢੀਆਂ ਜਾਂਦੀਆਂ ਸੀ, ਤਾਂ ਉਹ ਜਿਹੜੇ ਬੰਦੇ ਆ ਉਹ ਕੀ ਆ? ਸਿਲੈਕਟ ਹੋ ਗਏ। ਮਤਲਬ ਵੋਟਾਂ ਨਹੀਂ ਸੀ ਪੈਂਦੀਆਂ, ਐਲੀਜੀਬਿਲਟੀਆਂ ਸੀਗੀਆਂ ਵੀ ਤੁਸੀਂ ਆਹ ਯੋਗਤਾਵਾਂ ਰੱਖਦੇ ਆ ਤਾਂ ਮੈਂਬਰ ਬਣ ਸਕਦੇ ਆ। ਜੇ ਬੰਦੇ ਚਾਹੀਦੇ 30 ਤੇ ਨੋਮੀਨੇਸ਼ਨ ਹੋ ਗਏ, ਉਮੀਦਵਾਰ ਹੋ ਗਏ 50, ਤੇ 50 ਦੇ ਨਾਂ ਖਜੂਰਾਂ ਦੇ ਪੱਤਿਆਂ ਤੇ ਲਿਖ ਕੇ ਡੱਬੇ 'ਚ ਪਾ ਦੇਣੇ ਆ, ਤਾਂ ਫਿਰ ਉਹਨਾਂ ਵਿੱਚੋਂ ਕਿਸੇ ਬੱਚੇ ਨੂੰ ਕਹਿ ਕੇ 30 ਨਾਮ ਕੱਢ ਲਏ ਜਾਂਦੇ ਸੀ। ਨਾਮਜ਼ਦ ਵਿਅਕਤੀਆਂ ਵਿੱਚੋਂ 1 ਸਾਲ ਲਈ ਕੁੜਾਬੋਲਾਈ ਪ੍ਰਣਾਲੀ ਦੁਆਰਾ, ਕੁੜਾਬੋਲਾਈ ਪ੍ਰਣਾਲੀ ਸੀ, ਸਿਸਟਮ ਸੀ। ਇਸ ਪ੍ਰਣਾਲੀ ਦਾ ਨਾਮ ਸੀ ਕੁੜਾਬੋਲਾਈ ਪ੍ਰਣਾਲੀ। ਇਸ ਦੁਆਰਾ ਹਰੇਕ ਵਾਰਡ ਲਈ ਇੱਕ ਦੀ ਚੋਣ ਕੀਤੀ ਜਾਂਦੀ ਸੀ। ਹਰੇਕ ਵਾਰਡ ਲਈ ਚੋਣ ਹੁੰਦੀ ਸੀ। ਕੀ ਸੀ ਇਹ ਪ੍ਰਣਾਲੀ? ਪੜ੍ਹਦੇ ਹਾਂ ਜੀ। ਯੋਗ ਵਿਅਕਤੀਆਂ ਦੇ ਨਾਮ ਖਜੂਰ ਦੇ ਪੱਤਿਆਂ ਤੇ ਲਿਖ ਕੇ ਇੱਕ ਘੜੇ ਵਿੱਚ ਪਾ ਦਿੱਤੇ ਜਾਂਦੇ ਸਨ। ਇੱਕ ਛੋਟਾ ਲੜਕਾ ਜਾਂ ਲੜਕੀ ਇੱਕ ਵਾਰਡ ਲਈ 30 ਨਾਮ ਕੱਢ ਲੈਂਦਾ ਸੀ। ਜਿੰਨੇ ਬੰਦੇ ਕੱਢਣੇ ਆ ਉਨੀਆਂ ਪਰਚੀਆਂ ਵਿੱਚੋਂ ਕੱਢ ਲਈਆਂ ਜਾਂਦੀਆਂ ਸਨ। ਕੌਣ ਕੱਢਦਾ ਸੀ? ਕੋਈ ਛੋਟਾ ਬੱਚਾ। ਠੀਕ ਹੈ ਜੀ। ਕਮੇਟੀ ਦੇ ਮੈਂਬਰ ਆਮ ਤੌਰ ਤੇ ਮੰਦਰ ਵਿੱਚ ਜਾਂ ਕਿਸੇ ਦਰਖਤ ਹੇਠਾਂ ਮਿਲਦੇ ਸਨ ਅਤੇ ਮਤੇ ਪਾਸ ਕਰਦੇ ਸਨ। ਹੁਣ ਜਿਹੜੀ ਕਮੇਟੀ ਬਣ ਗਈ ਉਹ ਕਿਸ ਤਰ੍ਹਾਂ ਕੰਮ ਕਰਦੀ ਸੀ? ਜਿਸ ਤਰ੍ਹਾਂ ਅੱਜ ਵੀ ਹੁੰਦਾ ਹੈ ਪਿੰਡਾਂ ਵਿੱਚ, ਉਹ ਕਿਤੇ ਧਾਰਮਿਕ ਸਥਾਨ ਤੇ ਮੰਦਰ ਵਿੱਚ ਜਾਂ ਕਿਸੇ ਵੱਡੇ ਦਰਖਤ, ਬੋਰਡ ਜਾਂ ਪਿੱਪਲ ਥੱਲੇ ਬੈਠਦੇ ਸਨ, ਕਿਸੇ ਪੇੜ ਥੱਲੇ ਬਹਿੰਦੇ ਸਨ, ਮੀਟਿੰਗਾਂ ਕਰਦੇ ਸਨ ਤੇ ਆਪਣੇ ਮਤੇ ਪਾਸ ਕਰਦੇ ਸਨ। ਅੱਜ ਵੀ ਇਹ ਸਿਸਟਮ ਚੱਲਦਾ ਜੀ ਪਿੰਡਾਂ 'ਚ। ਕਮੇਟੀਆਂ ਅਤੇ ਵਾਰਡ ਮੈਂਬਰਾਂ ਦੀ ਗਿਣਤੀ ਪਿੰਡ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਸੀ। ਜੇ ਕੋਈ ਵੱਡਾ ਪਿੰਡ ਆ ਤਾਂ ਉਹਦੇ ਵਿੱਚ ਜ਼ਿਆਦਾ ਕਮੇਟੀਆਂ ਹੋ ਸਕਦੀਆਂ ਸਨ, ਜ਼ਿਆਦਾ ਵਾਰਡ ਮੈਂਬਰ ਹੋ ਸਕਦੇ ਆ। ਇਸ ਹਿਸਾਬ ਨਾਲ ਸਿੰਪਲ ਜੀ ਗੱਲ ਕਹੀਏ ਕਿ ਪਿੰਡਾਂ ਲੈਵਲ ਦੀ ਫੰਕਸ਼ਨਿੰਗ ਵੀ, ਪ੍ਰਸ਼ਾਸਨ ਦੀ ਫੰਕਸ਼ਨਿੰਗ ਵੀ ਕਾਫੀ ਖੁਦ ਮੁਖਤਿਆਰ ਸੀ, ਕਾਫੀ ਆਟੋਨੋਮਸ ਸੀ। ਇਹ ਤੁਸੀਂ ਪੜ੍ਹ ਲੈਣਾ, ਦੇਖ ਲੈਣਾ। ਅੱਜ ਲਈ ਨਹੀਂ ਰੱਖਦੇ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।